ਅੱਜ ਅਸੀਂ ਮੁੱਢਲੀ ਪੰਜਾਬੀ ਵਾਰਤਕ ਦੀਆਂ ਪ੍ਰਵਿਰਤੀਆਂ ਡਿਸਕਸ ਕਰਾਂਗੇ। ਠੀਕ ਹੈ, ਪਹਿਲੇ ਤੁਸੀਂ ਨੋਟ ਕਰ ਲਓ ਮੁੱਢਲੀ ਪੰਜਾਬੀ ਵਾਰਤਕ ਦੀਆਂ ਕਿਹੜੀਆਂ ਪ੍ਰਵਿਰਤੀਆਂ ਵਾ। ਦੇਖੋ, ਜਨਮ ਸਾਖੀ ਪਰੰਪਰਾ, ਸਾਖੀਆਂ, ਪਰਚੀ, ਕਥਾਵਾਂ, ਮਸਲੇ, ਗੋਸ਼ਟਾਂ, ਸਾਰ, ਸੁਖਨ ਤੇ ਬਚਨ, ਪਰਮਾਰਥ ਤੇ ਟੀਕੇ, ਰਹਿਤਨਾਮੇ ਤੇ ਸ਼ਰੀਅਤ ਤੇ ਅਨੁਵਾਦ। ਠੀਕ ਹੈ, ਇਹ ਆ ਮੁੱਢਲੀ ਪੰਜਾਬੀ ਵਾਰਤਕ ਦੀਆਂ ਪ੍ਰਵਿਰਤੀਆਂ। ਮੁੱਢਲੀ ਪੰਜਾਬੀ ਵਾਰਤਕ ਨੂੰ ਅਸੀਂ ਮੱਧਕਾਲੀਨ ਪੰਜਾਬੀ ਵਾਰਤਕ ਵੀ ਕਹਾਂਗੇ। ਠੀਕ ਹੈ, ਜੇ ਤੁਹਾਨੂੰ ਕੁਐਸਚਨ ਆਉਂਦਾ ਵਾ ਮੁੱਢਲੀ ਪੰਜਾਬੀ ਵਾਰਤਕ ਦੀਆਂ ਪ੍ਰਵਿਰਤੀਆਂ ਕਿਹੜੀਆਂ ਵਾ, ਤੁਸੀਂ ਫਿਰ ਵੀ ਇਹਦਾ ਇਹੀ ਆਨਸਰ ਦੋਗੇ। ਜੇ ਤੁਹਾਨੂੰ ਕੁਐਸਚਨ ਆਉਂਦਾ ਹੈ ਕਿ ਮੱਧਕਾਲੀਨ ਪੰਜਾਬੀ ਵਾਰਤਕ ਦੀਆਂ ਪ੍ਰਵਿਰਤੀਆਂ ਕਿਹੜੀਆਂ ਵਾ, ਫਿਰ ਵੀ ਤੁਸੀਂ ਇਹੀ ਆਨਸਰ ਦੋਗੇ। ਠੀਕ ਹੈ, ਜੇ ਤੁਹਾਨੂੰ ਆਉਂਦਾ ਹੈ ਕੁਐਸਚਨ ਕਿ ਆਧੁਨਿਕ ਪੰਜਾਬੀ ਵਾਰਤਕ ਦੀਆਂ ਪ੍ਰਵਿਰਤੀਆਂ ਕਿਹੜੀਆਂ ਵਾ, ਫਿਰ ਤੁਸੀਂ ਦੱਸੋਗੇ ਜੀਵਨੀ, ਸਵੈ ਜੀਵਨੀ, ਸਫਰਨਾਮਾ, ਡਾਇਰੀ। ਠੀਕ ਹੈ, ਇਹ ਵਾਲੀ ਪ੍ਰਵਿਰਤੀਆਂ ਦੱਸੋਗੇ ਤੁਸੀਂ। ਅੱਜ ਅਸੀਂ ਕਰਾਂਗੇ ਜਨਮ ਸਾਖੀ ਪਰੰਪਰਾ, ਜਿਹਦੇ ਵਿੱਚ ਅਸੀਂ ਕਰਾਂਗੇ ਪੁਰਾਤਨ ਜਨਮ ਸਾਖੀ। ਠੀਕ ਹੈ, ਇਹ ਟੌਪਿਕ ਤੁਹਾਡੇ UGC ਨੈਟ ਪੰਜਾਬੀ ਲਈ ਇੰਪੋਰਟੈਂਟ ਆ। ਜੇ ਤੁਸੀਂ ਐਮਏ ਪੰਜਾਬੀ ਕਰ ਰਹੇ ਹੋ ਫਿਰ ਵੀ ਇਹ ਤੋਂ ਤੁਸੀਂ ਨੋਟਸ ਬਣਾ ਸਕਦੇ ਹੋ। ਜਨਮ ਸਾਖੀ ਪਰੰਪਰਾ 'ਚ ਕਿਹੜੀ ਸਾਖੀਆਂ ਸਾਨੂੰ ਪ੍ਰਾਪਤ ਹੁੰਦੀਆਂ ਵਾ। ਦੇਖੋ, ਪੁਰਾਤਨ ਜਨਮ ਸਾਖੀ, ਸ਼ੰਭੂਨਾਥ ਵਾਲੀ ਜਨਮ ਪੱਤਰੀ, ਜਨਮ ਸਾਖੀ ਮਿਹਰਬਾਨ ਵਾਲੀ, ਭਾਈ ਬਾਲੇ ਵਾਲੀ ਜਨਮ ਸਾਖੀ ਭਾਈ ਮਨੀ ਸਿੰਘ ਗਿਆਨ ਰਤਨਾਵਲੀ। ਠੀਕ ਹੈ, ਅੱਜ ਅਸੀਂ ਪੁਰਾਤਨ ਜਨਮ ਸਾਖੀ ਕਰਾਂਗੇ। ਹਰ ਜਨਮ ਸਾਖੀ ਦੇ ਤਿੰਨ ਅੱਗੋਂ ਨਾਮ ਆ। ਠੀਕ ਹੈ, ਪੁਰਾਤਨ ਜਨਮ ਸਾਖੀ ਦੇ ਵੀ ਕਈ ਨਾਮ ਆ, ਇਸੇ ਤਰ੍ਹਾਂ ਹੀ ਸ਼ੰਭੂਨਾਥ ਵਾਲੀ ਜਨਮ ਸਾਖੀ ਦੇ ਵੀ ਕਈ ਨਾਮ ਆ। ਠੀਕ ਹੈ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵਾ ਕਿ ਪੁਰਾਤਨ ਜਨਮ ਸਾਖੀ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਵਾ। ਠੀਕ ਹੈ, ਪੇਪਰ ਵਿੱਚ ਕੁਐਸਚਨ ਆ ਜਾਂਦਾ ਵਾ ਕਿ ਪੁਰਾਤਨ ਜਨਮ ਸਾਖੀ ਦਾ ਹੋਰ ਕੀ ਨਾਂ ਹੈ। 4 ਆਪਸ਼ਨਾਂ ਹੋਣਗੀਆਂ, ਜੇ ਤੁਹਾਨੂੰ ਪਤਾ ਹੋਏਗਾ ਤੁਸੀਂ ਉਹਦਾ ਆਨਸਰ ਲਾ ਸਕੋਗੇ। ਠੀਕ ਹੈ, ਹਾਂਜੀ, ਅੱਜ ਅਸੀਂ ਕਰਾਂਗੇ ਪੁਰਾਤਨ ਜਨਮ ਸਾਖੀ। ਸਭ ਤੋਂ ਪਹਿਲੇ ਸਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਜਨਮ ਸਾਖੀ ਦਾ ਵਿਸ਼ਾ ਕੀ ਆ, ਜਨਮ ਸਾਖੀਆਂ ਕਿਹਦੇ ਦੁਆਲੇ ਘੁੰਮਦੀਆਂ ਵਾ। ਠੀਕ ਹੈ, ਹਾਂਜੀ, ਦੇਖੋ, ਪੰਜਾਬੀ ਵਾਰਤਕ ਵਿੱਚ ਉਪਲਬਧ ਬਹੁਤੀਆਂ ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਦੇ ਬਾਰੇ ਹਨ। ਠੀਕ ਹੈ, ਗੁਰੂ ਨਾਨਕ ਦੇਵ ਜੀ ਦੇ ਬਾਰੇ ਆ ਬਹੁਤੀਆਂ ਜਨਮ ਸਾਖੀਆਂ। ਜਨਮ ਸਾਖੀਆਂ ਦਾ ਵਿਸ਼ਾ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਆ। ਠੀਕ ਹੈ, ਆ ਮੋਸਟ ਇੰਪੋਰਟੈਂਟ ਪੁਆਇੰਟ ਆ, ਤੁਸੀਂ ਆਪਣੀ ਕਾਪੀ ਤੇ ਨੋਟ ਕਰ ਲਿਓ। ਪੁਰਾਤਨ ਜਨਮ ਸਾਖੀ ਦੀ ਸੰਪਾਦਨਾ ਕਿਹਨੇ ਕੀਤੀ ਆ? ਭਾਈ ਵੀਰ ਸਿੰਘ ਜੀ ਨੇ। B40 ਜਨਮ ਸਾਖੀ ਦੀ ਸੰਪਾਦਨਾ ਕਿਹਨੇ ਕੀਤੀ? ਡਾਕਟਰ ਪਿਆਰਾ ਸਿੰਘ ਜੀ ਨੇ। ਸੋਢੀ ਮਿਹਰਬਾਨ ਵਾਲੀ ਜਨਮ ਸਾਖੀ ਦੀ ਸੰਪਾਦਨਾ ਕਿਹਨੇ ਕੀਤੀ ਆ? ਡਾਕਟਰ ਕਿਰਪਾਲ ਸਿੰਘ ਜੀ ਨੇ। ਠੀਕ ਹੈ, ਇਹ ਤੁਸੀਂ ਨੋਟ ਕਰ ਲਓ। ਤੇ ਇਹਨਾਂ ਵਿੱਚੋਂ ਸਭ ਤੋਂ ਪ੍ਰਾਚੀਨ ਜਨਮ ਸਾਖੀ ਕਿਹੜੀ ਆ? ਪੁਰਾਤਨ ਜਨਮ ਸਾਖੀ। ਠੀਕ ਹੈ, ਇਹਨਾਂ ਜਨਮ ਸਾਖੀਆਂ ਵਿੱਚੋਂ ਪੁਰਾਤਨ ਜਨਮ ਸਾਖੀ ਨੂੰ ਸਭ ਤੋਂ ਪ੍ਰਾਚੀਨ ਮੰਨਿਆ ਜਾਂਦਾ ਹੈ। ਇਹ ਤੁਹਾਨੂੰ ਕੁਐਸਚਨ ਵੀ ਆ ਸਕਦਾ ਵਾ ਕਿ ਸਭ ਤੋਂ ਪ੍ਰਾਚੀਨ ਜਨਮ ਸਾਖੀ ਕਿਹੜੀ ਆ, ਤੇ ਆ 4 ਆਪਸ਼ਨਾਂ ਵਿੱਚ ਹੋਣਗੇ। ਤੁਸੀਂ ਦੱਸੋਗੇ ਪੁਰਾਤਨ ਜਨਮ ਸਾਖੀ। ਹਾਂਜੀ, ਅੱਜ ਅਸੀਂ ਕਰਾਂਗੇ ਪੁਰਾਤਨ ਜਨਮ ਸਾਖੀ। ਪੁਰਾਤਨ ਜਨਮ ਸਾਖੀ, ਜਿਸ ਨੂੰ ਵਲਾਇਤ ਵਾਲੀ ਜਨਮ ਸਾਖੀ ਵੀ ਕਿਹਾ ਜਾਂਦਾ ਹੈ। ਦੇਖ ਲਓ, ਇਹਦਾ ਇੱਕ ਨਾਮ ਹੋਰ ਆ ਵਲਾਇਤ ਵਾਲੀ ਜਨਮ ਸਾਖੀ। ਨੋਟ ਕਰ ਲਓ, ਪੁਰਾਤਨ ਜਨਮ ਸਾਖੀ ਨੂੰ ਵਲਾਇਤ ਵਾਲੀ ਜਨਮ ਸਾਖੀ ਵੀ ਕਿਹਾ ਜਾਂਦਾ ਵਾ। ਭਾਈ ਵੀਰ ਸਿੰਘ ਜੀ ਨੇ ਇਹਦੇ ਬਹੁਤ ਸਾਰੇ ਸ਼ੰਕਿਆਂ ਦਾ ਨਿਵਾਰਨ ਕੀਤਾ। ਇਹ ਪੁਸਤਕ ਦੀ ਭੂਮਿਕਾ ਵਿੱਚ ਭਾਈ ਵੀਰ ਸਿੰਘ ਜੀ ਲਿਖਦੇ ਆ ਕਿ ਇਹ ਜਿਹੜੀ ਜਨਮ ਸਾਖੀ ਆ ਮਿਸਟਰ ਕੋਲਬਰੁਕ ਨੇ ਪੰਜਾਬ ਵਿੱਚੋਂ ਲੱਭ ਕੇ ਈਸਟ ਇੰਡੀਆ ਕੰਪਨੀ ਨੂੰ ਦਿੱਤੀ ਸੀ। ਠੀਕ ਹੈ, ਇਸ ਦੀਆਂ ਫੋਟੋਸਟੇਟ ਕਾਪੀਆਂ ਤਿਆਰ ਕਰਵਾ ਕੇ ਲੈਫਟੀਨੈਂਟ ਗਵਰਨਰ ਪੰਜਾਬ ਸਰ ਚਾਰਲਸ ਐਚਿਸਨ ਨੇ ਪੰਜਾਬ ਦੇ 94 ਸਿੱਖ ਸਰਦਾਰਾਂ ਨੂੰ ਸੌਗਾਤ ਵਜੋਂ ਦਿੱਤੀ ਸੀ। ਮੀਨਸ ਕਿ ਤੋਹਫੇ ਵਜੋਂ ਦਿੱਤੀ ਸੀ। ਕਿਹਨੇ ਦਿੱਤੀ ਸੀ? ਲੈਫਟੀਨੈਂਟ ਗਵਰਨਰ ਪੰਜਾਬ ਸਰ ਚਾਰਲਸ ਐਚਿਸਨ ਨੇ ਦਿੱਤੀ ਸੀ। ਠੀਕ ਹੈ, ਪੰਜਾਬ ਦੇ 94 ਸਰਦਾਰਾਂ ਨੂੰ, ਜਿਹੜੇ ਕਿ ਉਸ ਸਮੇਂ ਪ੍ਰਸਿੱਧ ਸੀ, ਫੇਮਸ ਸੀ ਸਰਦਾਰ। ਠੀਕ ਹੈ, ਉਹਨਾਂ ਨੂੰ ਤੋਹਫੇ ਵਜੋਂ ਦਿੱਤੀ ਸੀ ਇਹ, ਬਹੁਤ ਸਾਰੀਆਂ ਇਹਦੀਆਂ ਫੋਟੋਕਾਪੀਆਂ ਕਰਵਾ ਕੇ। ਭਾਈ ਵੀਰ ਸਿੰਘ ਨੇ ਪੁਰਾਤਨ ਜਨਮ ਸਾਖੀ ਲਿਖੇ ਜਾਣ ਦਾ ਸਨ 1635 ਈਸਵੀ ਨਿਸ਼ਚਿਤ ਕੀਤਾ ਵਾ। ਭਾਈ ਵੀਰ ਸਿੰਘ ਜੀ ਨੇ ਪੁਰਾਤਨ ਜਨਮ ਸਾਖੀ ਦਾ ਸਮਾਂ ਕੀ ਨਿਸ਼ਚਿਤ ਕੀਤਾ ਵਾ? 1635। ਠੀਕ ਹੈ, ਪੁਰਾਤਨ ਜਨਮ ਸਾਖੀ ਦੇ ਹੋਰ 2 ਹੱਥ ਲਿਖਤ ਨੁਕਸੇ ਵਲਾਇਤ ਵਾਲੀ ਜਨਮ ਸਾਖੀ ਅਤੇ ਹਾਫਜ਼ਾਬਾਦ ਵਾਲੀ ਜਨਮ ਸਾਖੀ ਬਹੁਤ ਪ੍ਰਸਿੱਧ ਹਨ। 2 ਹੋਰ ਜਿਹੜੇ ਹੱਥ ਲਿਖਤ ਨੁਕਸੇ ਮਿਲੇ ਨੇ ਉਹ ਕੀ ਆ? ਵਲਾਇਤ ਵਾਲੀ ਜਨਮ ਸਾਖੀ ਤੇ ਹਾਫਜ਼ਾਬਾਦ ਵਾਲੀ ਜਨਮ ਸਾਖੀ। ਦੋਹਾਂ ਵਿੱਚ 57 ਸਾਖੀਆਂ ਵਾ। ਭਾਈ ਵੀਰ ਸਿੰਘ ਜੀ ਨੇ 1926 ਈਸਵੀ ਵਿੱਚ ਪ੍ਰਕਾਸ਼ਿਤ ਪੁਰਾਤਨ ਜਨਮ ਸਾਖੀ ਵਿੱਚ ਦੋਹਾਂ ਹੱਥ ਲਿਖਤਾਂ ਦਾ ਹੀ ਇੱਕ ਪ੍ਰਤੀਰੂਪ ਹੈ। ਭਾਈ ਵੀਰ ਸਿੰਘ ਜੀ ਨੇ ਜਿਹੜੀ ਜਨਮ ਸਾਖੀ ਪ੍ਰਕਾਸ਼ਿਤ ਕੀਤੀ ਆ, ਉਹਨਾਂ ਵਿੱਚ ਇਹ ਦੋਨਾਂ ਦਾ ਹੀ ਸੁਮੇਲ ਆ। ਠੀਕ ਹੈ, ਉਹ ਉਹਨਾਂ ਨੇ ਕਦੋਂ ਕੀਤੀ ਸੀ? 1926 ਦੇ ਵਿੱਚ। ਹਾਂਜੀ, ਪੁਰਾਤਨ ਜਨਮ ਸਾਖੀ ਦੇ ਕਿਹੜੇ ਨਾਮ ਆ? ਵਲਾਇਤ ਵਾਲੀ ਜਨਮ ਸਾਖੀ ਤੇ ਹਾਫਜ਼ਾਬਾਦ ਵਾਲੀ ਜਨਮ ਸਾਖੀ।
ਗੁਰੂ ਨਾਨਕ ਦੇਵ ਜੀ ਦੀਆਂ ਇਹ ਸਾਖੀਆਂ ਮੁੱਢਲੇ ਰੂਪ ਵਿੱਚ ਗੁਰੂ ਸਾਹਿਬ ਦੇ ਹਜ਼ੂਰੀ ਸਿੱਖਾਂ ਦੀਆਂ ਲਿਖੀਆਂ ਹੋਈਆਂ ਹਨ ਕਿ ਇਹ ਜਿਹੜੀਆਂ ਸਾਖੀਆਂ ਵਾ ਇਹ ਗੁਰੂ ਸਾਹਿਬ ਜੀ ਦੇ ਹਜ਼ੂਰੀ ਸਿੱਖਾਂ ਦੀਆਂ ਲਿਖੀਆਂ ਹੋਈਆਂ ਵਾ। ਠੀਕ ਹੈ, ਕਿਹੜੇ ਕਿਹੜੇ ਹਜ਼ੂਰੀ ਰਾਗੀ ਸੀ ਗੁਰੂ ਸਾਹਿਬ ਜੀ ਦੇ? ਭਾਈ ਸੈਦੋ, ਕੇਹੋ ਜੱਟ, ਸ਼ੀਹਾ ਸ਼ਿੰਬਾ ਤੇ ਹਸੂ ਲੁਹਾਰ। ਠੀਕ ਹੈ, ਜੋ ਭਾਈ ਮਰਦਾਨਾ ਵਾਂਗ ਹਮੇਸ਼ਾ ਹਰ ਉਦਾਸੀ ਸਮੇਂ ਗੁਰੂ ਜੀ ਦੇ ਅੰਗ ਸੰਗ ਰਹੇ ਸਨ। ਠੀਕ ਹੈ, ਇਹਨਾਂ ਨੇ ਲਿਖੀਆਂ ਇਹ ਜਨਮ ਸਾਖੀਆਂ। ਅੰਤਨ ਜਨਮ ਸਾਖੀ ਦਾ ਇਤਿਹਾਸਕ ਮਹੱਤਵ ਇਸ ਕਾਰਨ ਹੈ ਕਿ ਇਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ, ਬਾਲ ਲੀਲਾ, ਗ੍ਰਹਿਸਥ ਉਦਾਸੀਆਂ, ਕਰਤਾਰਪੁਰ ਵਸਾਉਣਾ ਅਤੇ ਗੱਦੀਦਾਰ ਦੀ ਚੋਣ ਕਰਨ ਦੀਆਂ ਘਟਨਾਵਾਂ ਨੂੰ ਬੜੇ ਵਿਸ਼ਵਾਸਯੋਗ ਢੰਗ ਨਾਲ ਬਿਆਨ ਕੀਤਾ ਗਿਆ ਹੈ। ਠੀਕ ਹੈ, ਇਹ ਘਟਨਾਵਾਂ ਨੂੰ ਬਿਆਨ ਕੀਤਾ ਗਿਆ ਵਾ ਵਿਸ਼ਵਾਸਯੋਗ ਢੰਗ ਦੇ ਨਾਲ। ਲੇਖਕ ਅਨੁਸਾਰ ਗੁਰੂ ਜੀ ਦਾ ਜਨਮ ਵਿਸਾਖੀ ਸੁਦੀ ਤੀਜ 1526 ਬਿਕਰਮੀ ਨੂੰ ਰਾਏਭੋਏ ਦੀ ਤਲਵੰਡੀ ਵਿਖੇ ਮਹਿਤਾ ਕਾਲੂ ਜੀ ਦੇ ਘਰ ਹੋਇਆ। ਗੁਰੂ ਜੀ ਜਦੋਂ 7 ਵਰਿਆਂ ਦੇ ਹੋਏ ਤਾਂ ਆਪ ਨੂੰ ਪਾਂਦੇ ਪਾਸ ਪੜਨ ਭੇਜਿਆ ਗਿਆ ਸੀ। ਠੀਕ ਹੈ, ਉਹਨਾਂ ਦਾ ਮਨ ਪੜ੍ਹਾਈ ਵਿੱਚ ਨਹੀਂ ਲੱਗਾ। ਫਿਰ ਉਹਨਾਂ ਨੇ ਮੱਝਾਂ ਚਰਾਈਆਂ, ਦੁਕਾਨਦਾਰੀ ਕੀਤੀ। ਬਾਅਦ ਵਿੱਚ ਆਪਣੀ ਵੱਡੀ ਭੈਣ ਬੇਬੇ ਨਾਨਕੀ ਪਾਸ ਸੁਲਤਾਨਪੁਰ ਲੋਧੀ ਚਲੇ ਗਏ ਸੀ, ਜਿੱਥੇ ਉਹਨਾਂ ਨੇ ਮੋਦੀਖਾਨਾ ਚਲਾਇਆ ਸੀ। ਬਾਅਦ ਵਿੱਚ ਵੇਈ ਨਦੀ ਵਿੱਚ ਪ੍ਰਵੇਸ਼ ਕੀਤਾ, ਜਿੱਥੇ ਉਹ 3 ਦਿਨ ਅਲੋਪ ਰਹੇ। ਜਦੋਂ ਵੇਈ ਨਦੀ ਚੋਂ ਬਾਹਰ ਆਏ ਤੇ ਉਹਨਾਂ ਨੂੰ ਕੀ ਹੁਕਮ ਹੋਇਆ ਸੀ? ਆ ਦੇਖੋ, ਨਾਨਕ ਇਹ ਅੰਮ੍ਰਿਤ ਮੇਰੇ ਨਾਮ ਕਾ ਪਿਆਲਾ ਹੈ, ਤੂੰ ਪੀਓ। ਤਬ ਗੁਰੂ ਨਾਨਕ ਤਸਲੀਮ ਕੀਤੀ, ਪਿਆਲਾ ਪੀਤਾ, ਸਹਿਬ ਮਿਹਰਬਾਨ ਹੋਆ। ਠੀਕ ਹੈ, ਇਹ ਸਾਰੀਆਂ ਗੱਲਾਂ ਪੁਰਾਤਨ ਜਨਮ ਸਾਖੀ ਵਿੱਚ ਵਾ। ਠੀਕ ਹੈ, ਹਾਂਜੀ ਦੇਖੋ, ਪੁਰਾਤਨ ਜਨਮ ਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ 5 ਉਦਾਸੀਆਂ ਦਾ ਵਰਣਨ ਆ। ਨੋਟ ਕਰ ਲਿਓ ਕਿੰਨੀਆਂ ਉਦਾਸੀਆਂ ਦਾ ਵਰਣਨ ਆ? 5 ਉਦਾਸੀਆਂ ਦਾ। ਪਹਿਲੀ ਉਦਾਸੀ ਉਹਨਾਂ ਨੇ ਕਿੱਥੇ ਕੀਤੀ ਸੀ? ਗੁਰੂ ਨਾਨਕ ਦੇਵ ਜੀ ਨੇ ਨਾਨਕਮਤੇ ਕੀਤੀ, ਬਨਾਰਸ, ਬਿਸਹਰ ਦੇਸ, ਕਾਵਰੂ ਦੇਸ, ਆਸਾ ਦੇਸ਼। ਠੀਕ ਹੈ, ਦੂਸਰੀ ਉਦਾਸੀ ਵਿੱਚ ਖਵਾਜਾ ਖਿਜ਼ਰ ਨੂੰ ਗੁਰੂ ਸਾਹਿਬ ਦਾ ਸ਼ਰਧਾਲੂ ਦੱਸਿਆ ਗਿਆ ਹੈ। ਤੀਸਰੀ ਉਦਾਸੀ ਗੁਰੂ ਸਾਹਿਬ ਕਸ਼ਮੀਰ ਵਿੱਚੋਂ ਗੁਜ਼ਰਦੇ ਹੋਏ ਸੁਮੇਲ ਪਰਬਤ ਉੱਪਰ ਜਾ ਕੇ ਮਹਾਦੇਵ, ਭਰਥਰੀ, ਚਰਪਟ, ਗੋਰਖ ਤੇ ਗੋਪੀ ਚੰਦ ਨਾਮ ਦੇ ਨਾਥ ਜੋਗੀਆਂ ਨਾਲ ਮੁਲਾਕਾਤ ਕਰਦੇ ਹਨ। ਠੀਕ ਹੈ, ਚੌਥੀ ਉਦਾਸੀ ਦੌਰਾਨ ਆਪ ਮੱਕੇ ਜਾ ਕੇ ਕਾਜ਼ੀ ਰੁਕਨੁਦੀਨ ਨੂੰ ਕਾਬਾ ਫੇਰ ਕੇ ਦਿਖਾਉਂਦੇ ਹਨ। ਠੀਕ ਹੈ, ਤੇ ਪੰਜਵੀਂ ਉਦਾਸੀ ਚ ਕੀ ਆ? ਪੰਜਵੀਂ ਉਦਾਸੀ ਸਮੇਂ ਆਪ ਗੋਰਖ ਹਟਰੀ ਜਾ ਕੇ 84 ਸਿੱਧਾਂ ਨਾਲ ਗੋਸ਼ਟ ਕਰਦੇ ਹਨ ਤੇ ਬਾਅਦ ਵਿੱਚ ਭਾਈ ਲਹਿਣਾ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚਦੇ ਹਨ ਤੇ ਉਹਨਾਂ ਦੀ ਫਿਰ ਗੁਰੂ ਜੀ ਪ੍ਰੀਖਿਆ ਲੈਂਦੇ ਨੇ ਤੇ ਗੁਰਗੱਦੀ ਸੌਂਪਦੇ ਨੇ। 40 ਦਿਨਾਂ ਬਾਅਦ ਗੁਰੂ ਜੀ 12ਵਾਂ ਤੁਖਾਰੀ ਦਾ ਉਚਾਰਨ ਕਰਕੇ ਜੋਤੀ ਜੋਤ ਸਮਾ ਗਏ। ਠੀਕ ਹੈ, ਇਹਦੇ ਵਿੱਚ ਤੁਹਾਡਾ ਕੁਐਸਚਨ ਬਣਦਾ ਵਾ ਕਿ ਗੁਰੂ ਜੀ ਨੇ 12ਵਾਂ ਦੀ ਰਚਨਾ ਕੀਤੀ ਹੈ ਤੇ ਕਿਹੜੇ ਰਾਗ ਵਿੱਚ ਕੀਤੀ ਹੈ? ਤੁਖਾਰੀ ਰਾਗ ਵਿੱਚ। ਨੋਟ ਕਰ ਲਿਓ, ਗੁਰੂ ਨਾਨਕ ਦੇਵ ਜੀ ਨੇ 12ਵਾਂ ਦੀ ਰਚਨਾ ਕੀਤੀ ਹੈ ਤੁਖਾਰੀ ਰਾਗ ਵਿੱਚ। ਪੁਰਾਤਨ ਜਨਮ ਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਮਹਾਨ ਸ਼ਖਸੀਅਤ ਦਾ ਬੜਾ ਪ੍ਰਭਾਵਸ਼ਾਲੀ ਵਰਣਨ ਹੋਇਆ ਹੈ। ਹਾਂਜੀ, ਅੱਗੇ ਦੇਖੋ, ਪੁਰਾਤਨ ਜਨਮ ਸਾਖੀ ਦਾ ਇਤਿਹਾਸਕ ਸੱਭਿਆਚਾਰਕ ਮਹੱਤਵ ਬਹੁਤ ਜ਼ਿਆਦਾ ਹੈ। ਮੈਕਲਾਉਡ ਵਰਗੇ ਕਈ ਅੰਗਰੇਜ਼ੀ ਵਿਦਵਾਨ ਜਨਮ ਸਾਖੀ ਵਿੱਚ ਸੰਕਲਿਤ ਸਮੱਗਰੀ ਨੂੰ ਅਨਇਤਿਹਾਸਿਕ ਮੰਨ ਕੇ ਇਸ ਦੀ ਪ੍ਰਮਾਣਿਕਤਾ ਉੱਪਰ ਪ੍ਰਸ਼ਨ ਚਿੰਨ੍ਹ ਲਗਾਉਂਦੇ ਹਨ। ਪੁਰਾਤਨ ਜਨਮ ਸਾਖੀ ਨੂੰ ਕਿੰਨੇ ਅਨਇਤਿਹਾਸਿਕ ਮੰਨਿਆ ਵਾ? ਮੈਕਲਾਉਡ ਨੇ। ਠੀਕ ਹੈ, ਮੈਕਲਾਉਡ ਜਿਹੜਾ ਵਿਦਵਾਨ ਹੈ ਜਨਮ ਸਾਖੀ ਨੂੰ ਪ੍ਰਮਾਣਿਕ ਨਹੀਂ ਮੰਨਦਾ। ਠੀਕ ਹੈ, ਪੁਰਾਤਨ ਜਨਮ ਸਾਖੀ ਆਪਣੇ ਸਮੇਂ ਦੇ ਸਮਾਜ ਤੇ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਵਿੱਚ 16ਵੀਂ ਸਦੀ ਦੇ ਪੰਜਾਬੀ ਸਮਾਜ ਦੀ ਬੜੀ ਪ੍ਰਮਾਣਿਕ ਤਸਵੀਰ ਅੰਕਿਤ ਹੈ। ਗੁਰੂ ਨਾਨਕ ਦੇਵ ਜੀ ਦੇ ਯੁੱਗ ਵਿੱਚ ਪੰਜਾਬੀ ਸਮਾਜ ਅੰਧ ਵਿਸ਼ਵਾਸਾਂ ਤੇ ਵਹਿਮਾਂ ਭਰਮਾਂ ਦੇ ਚੱਕਰਯੂਹ ਵਿੱਚ ਫਸਿਆ ਹੋਇਆ ਸੀ। ਠੀਕ ਹੈ, ਇਹ ਤੁਸੀਂ ਨੋਟ ਕਰ ਲਿਓ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਾਜ ਤੇ ਸੱਭਿਆਚਾਰ ਦਾ ਕੀ ਚਰਿੱਤਰ ਸੀ, ਕਿਵੇਂ ਦਾ ਸੀ। ਠੀਕ ਹੈ, ਪੁਰਾਤਨ ਜਨਮ ਸਾਖੀ ਦੀ ਭਾਸ਼ਾ ਕਿਵੇਂ ਦੀ ਹੈ, ਭਾਸ਼ਾ ਸ਼ੈਲੀ ਕਿਵੇਂ ਦੀ ਹੈ, ਵੀ ਤੁਸੀਂ ਨੋਟ ਕਰ ਲਿਓ। ਕੱਲ ਅਸੀਂ ਕਰਾਂਗੇ ਸ਼ੰਭੂਨਾਥ ਵਾਲੀ ਜਨਮ ਪੱਤਰੀ ਬਾਬੇ ਨਾਨਕ ਦੀ। ਠੀਕ ਹੈ, ਇਹਦੇ ਵਿੱਚ ਤੁਹਾਨੂੰ ਸਿਰਫ ਇਹੀ ਯਾਦ ਕਰਨ ਦੀ ਲੋੜ ਆ, ਜੇ ਤੁਸੀਂ ਨੈਟ ਦਾ ਪੇਪਰ ਦੇ ਰਹੇ ਹੋ, ਪੁਰਾਤਨ ਜਨਮ ਸਾਖੀ ਦੇ ਹੋਰ ਕਿਹੜੇ ਨਾਮ ਆ? ਵਲਾਇਤ ਵਾਲੀ ਜਨਮ ਸਾਖੀ ਤੇ ਮੈਕਾਲਿਫ ਵਾਲੀ ਜਨਮ ਸਾਖੀ। ਇਹਨੂੰ ਅਸੀਂ ਹਾਫਜ਼ਾਬਾਦ ਵਾਲੀ ਜਨਮ ਸਾਖੀ ਵੀ ਕਹਿੰਦੇ ਨੇ, ਕੋਲਬਰੁਕ ਵਾਲੀ ਜਨਮ ਸਾਖੀ ਵੀ ਕਹਿੰਦੇ ਨੇ, ਦੇਹਰਾਦੂਨ ਵਾਲੀ ਜਨਮ ਸਾਖੀ ਕਹਿੰਦੇ ਨੇ। ਠੀਕ ਹੈ,
ਇਹ 19ਵੀਂ ਸਦੀ ਦੇ ਆਰੰਭ ਵਿੱਚ ਕੋਲਬਰੁਕ ਨੂੰ ਪ੍ਰਾਪਤ ਹੋਈ ਸੀ ਤੇ ਭਾਈ ਵੀਰ ਸਿੰਘ ਜੀ ਨੇ 1926 ਵਿੱਚ ਪੁਰਾਤਨ ਜਨਮ ਸਾਖੀ ਸਰਲੇਖ ਨੇ ਨੂੰ ਛਪਵਾਇਆ ਸੀ, ਠੀਕ ਹੈ, ਪ੍ਰਕਾਸ਼ਿਤ ਕਰਵਾਇਆ ਸੀ। ਭਾਈ ਵੀਰ ਸਿੰਘ ਜੀ ਨੇ ਕਦੋਂ ਪ੍ਰਕਾਸ਼ਿਤ ਕਰਵਾਈ? 1926 ਵਿੱਚ। ਇਹਦੇ ਵਿੱਚ 57 ਸਾਖੀਆਂ ਵਾ ਟੋਟਲ। ਪੁਰਾਤਨ ਜਨਮ ਸਾਖੀ ਲਿਖੇ ਜਾਂਦਾ ਸਮਾਂ ਕੀ ਹੈ ਭਾਈ ਵੀਰ ਸਿੰਘ ਦੇ ਅਕੋਰਡਿੰਗ? 1635। ਜੇ ਤੁਸੀਂ ਸ਼ੋਰਟ ਵਿੱਚ ਟੌਪਿਕ ਦੇਖਣਾ ਤੇ ਇਹ ਦੇਖ ਲਓ, ਵਲਾਇਤ ਵਾਲੀ ਜਨਮ ਸਾਖੀ ਤੇ ਮੈਕਾਲਿਫ ਵਾਲੀ ਜਨਮ ਸਾਖੀ ਕਿਹਾ ਜਾਂਦਾ ਵਾ, ਠੀਕ ਹੈ। 19ਵੀਂ ਸਦੀ ਵਿੱਚ ਕੋਲਬਰੁਕ ਨੂੰ ਪ੍ਰਾਪਤ ਹੋਈ ਸੀ ਔਰ ਨੈਸਟ ਟਰੰਪ ਨੇ 1877 ਵਿੱਚ ਇਸ ਨੂੰ ਆਪਣੇ ਅੰਗਰੇਜ਼ੀ ਆਦ ਗ੍ਰੰਥ ਦੇ ਮੁੱਢ ਵਿੱਚ ਅਨੁਵਾਦ ਕਰਕੇ ਛਾਪਿਆ ਸੀ। ਭਾਈ ਵੀਰ ਸਿੰਘ ਜੀ ਨੇ 1926 ਈਸਵੀ ਵਿੱਚ ਇਸ ਨੂੰ ਪੁਰਾਤਨ ਜਨਮ ਸਾਖੀ ਦੇ ਸਰਲੇਖ ਹੇਠ ਪ੍ਰਕਾਸ਼ਿਤ ਕਰਵਾਇਆ ਸੀ। ਕਦੋਂ ਕਰਵਾਇਆ? 1926 ਵਿੱਚ। ਇਹਦੇ ਵਿੱਚ 57 ਸਾਖੀਆਂ ਨੇ। ਇਸ ਜਨਮ ਸਾਖੀ ਦੇ ਕਰਤਾ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਪ੍ਰੋਫੈਸਰ ਗੁਰਮੁਖ ਸਿੰਘ ਇਸ ਨੂੰ ਰਾਵਲਪਿੰਡੀ ਦੇ ਨੇੜੇ ਕਿਸੇ ਪਿੰਡ ਦਾ ਅਤੇ ਪ੍ਰੋਫੈਸਰ ਸਾਹਿਬ ਸਿੰਘ ਉਸ ਨੂੰ ਤੁਲੰਬਾ ਦਾ ਵਸਨੀਕ ਮੰਨਦਾ ਹੈ। ਪ੍ਰੋਫੈਸਰ ਪ੍ਰੀਤਮ ਸਿੰਘ ਦੇ ਮਤ ਅਨੁਸਾਰ ਇਹ ਜਨਮ ਸਾਖੀ ਦਾ ਲੇਖਕ ਕੋਈ ਸਾਧੂ ਮਾਲੂਮ ਹੁੰਦਾ ਹੈ, ਠੀਕ ਹੈ। ਜਨਮ ਸਾਖੀ ਦੇ ਲੇਖਕ ਬਾਰੇ ਕੋਈ ਪੱਕਾ ਪਤਾ ਨਹੀਂ ਹੈ। ਕੱਲ ਅਸੀਂ ਕਰਾਂਗੇ ਸ਼ੰਭੂਨਾਥ ਵਾਲੀ ਜਨਮ ਪੱਤਰੀ ਬਾਬੇ ਨਾਨਕ ਕੀ। ਇਸ ਦੀ ਅਸੀਂ ਪੂਰੀ ਵੀਡੀਓ ਬਣਾ ਚੁੱਕੇ ਹਾਂ ਇਸ ਬੁੱਕ ਤੇ ਪੂਰੀ।